नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2020-21 ਲਈ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਰੀ ਦੀਆਂ ਉਪਲਬਧੀਆਂ ਨੂੰ ਨਮਨ। ਆਪਰੇਸ਼ਨ ਗੰਗਾ ਤਹਿਤ ਹੁਣ ਤੱਕ ਤਕਰੀਬਨ 18,000 ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਪਰੇਸ਼ਨ ਗੰਗਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ। ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦੇਸ਼ ਵਿੱਚ ਕੱਚੇ ਤੇਲ ਤੇ ਗੈਸ ਦੀ ਕੋਈ ਘਾਟ ਨਾ ਹੋਣ ਦੇਣ ਦਾ ਭਰੋਸਾ ਦਿਵਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੀਆਂ 29 ਔਰਤਾਂ ਨੂੰ ਸਾਲ 2020 ਅਤੇ 2021 ਲਈ 28 ਵਰਗਾਂ ਵਿੱਚ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। ਇਹ ਪੁਰਸਕਾਰ ਭਾਸ਼ਾ ਵਿਗਿਆਨ, ਉਦਮਤਾ, ਖੇਤੀਬਾੜੀ, ਸਮਾਜਿਕ ਕਾਰਜ, ਕਲਾ ਅਤੇ ਸ਼ਿਲਪਕਾਰੀ, ਮਰਚੈਂਟ ਨੇਵੀ, ਸਿੱਖਿਆ ਤੇ ਸਾਹਿਤ ਅਤੇ ਦਿਵਿਆਂਗਤਾ ਅਧਿਕਾਰ ਵਰਗੇ ਖੇਤਰਾਂ 'ਚ ਦਿੱਤੇ ਗਏ। डॉक्टर इला लोध, वेस्ट त्रिपुरा पुत्र श्री देवांगन लोध। तेजम्मा 2020 ਲਈ ਦਿੱਤੇ ਗਏ ਨਾਰੀ ਸ਼ਕਤੀ ਪੁਰਸਕਾਰ ਦੇ ਜੇਤੂਆਂ ਵਿੱਚ SAS ਨਗਰ ਦੀ ਮੀਰਾ ਠਾਕੁਰ ਵੀ ਸ਼ਾਮਲ ਹੈ। ਮੀਰਾ ਠਾਕੁਰ ਵੱਲੋਂ ਸਿੱਕੀ ਘਾਹ ਦੀਆਂ ਸੁੱਕੀਆਂ ਤੰਦਾਂ ਨਾਲ ਸ਼ਾਨਦਾਰ ਜ਼ੇਵਰ ਅਤੇ ਘਰ ਵਿੱਚ ਵਰਤਣਯੋਗ ਅਤੇ ਸਜਾਵਟ ਦੇ ਕੰਮ ਆਉਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਨੇ। ਜ਼ਿਕਰਯੋਗ ਹੈ ਕਿ ਇਸ ਵਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਨਵੀਂ ਦਿੱਲੀ 'ਚ ਵਿਸ਼ੇਸ਼ ਸਮਾਗਮ ਕਰਵਾਏ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਨਮਨ ਕੀਤਾ ਹੈ। ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਔਰਤਾਂ ਦੇ ਮਾਣ ਅਤੇ ਬਰਾਬਰ ਦੇ ਮੌਕੇ ਯਕੀਨੀ ਕਰਦਿਆਂ ਮਹਿਲਾ ਸਸ਼ਕਤੀਕਰਨ ਤੇ ਧਿਆਨ ਕੇਂਦਰਿਤ ਰੱਖੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਦੇਸ਼ ਦੇ ਵਿਕਾਸ ਦੇ ਸਫ਼ਰ ਵਿੱਚ ਅੱਗੇ ਰੱਖਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਅਤੇ ਇਹ ਕੋਸ਼ਿਸ਼ਾਂ ਅੱਗੇ ਵੀ ਹੋਰ ਵਧੇਰੇ ਜ਼ੋਰ ਨਾਲ ਜਾਰੀ ਰਹਿਣਗੀਆਂ। ਇੱਕ ਹੋਰ ਟਵੀਟ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਦੀਆਂ ਕਈ ਲੜੀਆਂ ਵਿੱਚ ਉਨ੍ਹਾਂ ਮਹਿਲਾ ਸਸ਼ਕਤੀਕਰਨ ਦੇ ਵੱਖ-ਵੱਖ ਪਹਿਲੂਆਂ ਤੇ ਉਨ੍ਹਾਂ ਦੇ ਜੀਵਨ ਬਿਰਤਾਂਤ ਦਾ ਜ਼ਿਕਰ ਕੀਤਾ, ਜਿਨ੍ਹਾਂ ਜ਼ਮੀਨੀ ਪੱਧਰ ਤੇ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਵਜਰਾ ਕੋਰ ਦੀਆਂ ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ, ਤਿਬੜੀ, ਬਿਆਸ ਅਤੇ ਲੁਧਿਆਣਾ ਵਿਖੇ ਛਾਉਣੀਆਂ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਲਿੰਗ ਅਨੁਪਾਤ ਦੇ ਭੇਦਭਾਵ ਨੂੰ ਮਿਟਾਉਣ ਲਈ ਅਤੇ ਵਧੀਆ ਭਵਿੱਖ ਲਈ ਸਮਾਨ ਲਿੰਗ ਅਨੁਪਾਤ ਥੀਮ ਤੇ ਜਲੰਧਰ ਵਿੱਚ ਇੱਕ ਸੈਮੀਨਾਰ ਵੀ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਆਪਣੇ ਸੰਬੋਧਨ ਵਿੱਚ ਮਿਲਟਰੀ ਹਸਪਤਾਲ ਜਲੰਧਰ ਦੇ ਕਮਾਂਡੈਂਟ ਬ੍ਰਿਗੇਡੀਅਰ ਪ੍ਰਸਾਦ ਆਰ ਲੇਲੇ ਨੇ ਮਰਦਾਂ ਨੂੰ ਆਪਣੇ ਜੀਵਨ ਸਾਥੀਆਂ ਪ੍ਰਤੀ ਨਿਭਾਈ ਜਾ ਰਹੀ ਭੂਮਿਕਾ ਤੇ ਸਮਾਜ ਪ੍ਰਤੀ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਲਈ ਆਖਿਆ। ਇਸ ਤੋਂ ਬਾਅਦ ਆਰਮੀ ਵਾਈਸ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਔਰਤਾਂ ਵੱਲੋਂ ਸਮਾਜ ਪ੍ਰਤੀ ਕੀਤੇ ਗਏ ਮਹਾਨ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਵਜਰਾ ਕੋਰ ਆਵਾ ਦੀ ਜ਼ੋਨਲ ਪ੍ਰਧਾਨ ਨੇ ਫੌਜੀ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਉਜਵਲ ਭਵਿੱਖ ਲਈ ਲਿੰਗ ਸਮਾਨਤਾ ਨੂੰ ਅਪਣਾਉਣ ਲਈ ਆਖਿਆ। ਕੰਨਿਆ ਮਹਾਵਿਦਿਆਲਿਆ ਜਲੰਧਰ ਵਿੱਚ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਲਤਾ ਮੰਗੇਸ਼ਕਰ ਨਾਈਟ ਕਰਵਾਈ ਗਈ। ਇਸ ਪ੍ਰੋਗਰਾਮ ਰਾਹੀਂ ਭਾਰਤ ਦੀ ਮਹਾਨ ਸਪੁੱਤਰੀ ਲਤਾ ਮੰਗੇਸ਼ਕਰ ਨੂੰ ਸੰਗੀਤਮਈ ਸ਼ਰਧਾਂਜਲੀ ਦਿੱਤੀ ਗਈ। ਕਾਲਜ ਦੀਆਂ ਟੀਚਰਾਂ ਤੇ ਵਿਦਿਆਰਥਣਾਂ ਨੇ ਲਤਾ ਮੰਗੇਸ਼ਕਰ ਵੱਲੋਂ ਗਾਏ ਕੁਝ ਹਰਮਨ ਪਿਆਰੇ ਗੀਤਾਂ ਤੇ ਆਧਾਰਿਤ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਲਤਾ ਮੰਗੇਸ਼ਕਰ ਦੇ ਪ੍ਰੇਰਨਾਦਾਇਕ ਜੀਵਨ ਨੂੰ ਬਿਆਨ ਕਰਦੀ ਇੱਕ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਵੀ ਪੇਸ਼ ਕੀਤੀ ਗਈ।
ਪ੍ਰਿੰਸੀਪਲ ਪ੍ਰੋਫੈਸਰ ਅਤਿਮਾ ਸ਼ਰਮਾ ਦਿਵੇਦੀ ਨੇ ਕੌਮਾਂਤਰੀ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਿਸ਼ਵ ਪੱਧਰ ਤੇ ਮਹਿਲਾਵਾਂ ਦੀ ਬਦਲ ਰਹੀ ਸਥਿਤੀ ਅਤੇ ਭੂਮਿਕਾ ਨੂੰ ਉਤਸ਼ਾਹਜਨਕ ਦੱਸਿਆ। ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ 'ਚ ਆਪਣੀ ਪ੍ਰਤਿਭਾ ਅਤੇ ਯੋਗਤਾ ਨਾਲ ਮਹਿਲਾ ਸਸ਼ਕਤੀਕਰਨ ਦੀ ਧਾਰਨਾ ਨੂੰ ਸਾਕਾਰ ਕਰਨ ਵਾਲੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਕਾਲਜ ਵੱਲੋਂ ਚੈਂਪੀਅਨ ਆਫ ਦੀ ਚੇਂਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਆਉਂਦੇ ਵੀਰਵਾਰ ਹੋਵੇਗੀ, ਜਿਸ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਹੀ 9 ਵਿਧਾਨ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਸਥਿਤ 3 ਇਮਾਰਤਾਂ ਵਿੱਚ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਇੱਕ ਰਿਪੋਰਟ। ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਦੀ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਬੇਸਬਰੀ ਨਾਲ ਉਡੀਕ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਾਂਗ ਜਲੰਧਰ ਜ਼ਿਲ੍ਹੇ ਵਿੱਚ ਵੀ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦੀ ਦੇਖਰੇਖ ਹੇਠ ਵੋਟਾਂ ਦੀ ਗਿਣਤੀ ਦੇ ਕੰਮ ਲਈ ਤਿਆਰੀਆਂ ਜ਼ੋਰਾਂ ਤੇ ਨੇ। ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਪੱਛਮੀ, ਜਲੰਧਰ ਕੈਂਟ, ਆਦਮਪੁਰ, ਫਲੌਰ, ਨਕੋਦਰ, ਸ਼ਾਹਕੋਟ ਅਤੇ ਕਰਤਾਰਪੁਰ ਵਿੱਚ ਪਈਆਂ ਵੋਟਾਂ ਦੀ ਗਿਣਤੀ ਜਲੰਧਰ ਦੇ ਕਪੂਰਥਲਾ ਰੋਡ ਸਥਿਤ ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਅਤੇ ਜ਼ਿਲ੍ਹਾ ਭੌ ਰਿਕਾਰਡ ਦਫ਼ਤਰ ਦੀਆਂ ਇਮਾਰਤਾਂ ਵਿੱਚ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਹੋਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੂਰਦਰਸ਼ਨ ਖਬਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਗਿਣਤੀ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਿਆ। ਇਹ ਸਾਰੇ 9 ਦੇ 9 ਅਸੈਂਬਲੀ ਕਨਸਟੀਟੂਐਂਸੀ ਦੇ ਵਿੱਚ ਜਿਹੜਾ ਸਾਡਾ ਅੰਦਰ ਵਾਇਰਡ ਮੈਸ਼ ਫਰੇਮਵਰਕ ਬਣਦਾ ਹੈ, ਜਿਹਦੇ ਵਿੱਚ ਇੱਕ ਪਾਸੇ ਕਾਊਂਟਿੰਗ ਏਜੰਟ ਹੁੰਦੇ, ਅੰਦਰਲੇ ਪਾਸੇ ਕਾਊਂਟਿੰਗ ਸਟਾਫ ਹੁੰਦਾ, ਉਹ ਸਾਰਾ ਬਣ ਚੁੱਕਿਆ ਹੈ। CCTV ਅਰੇਂਜਮੈਂਟ ਸਾਰਾ, ਜਿਹੜੀ ਸਟਰੋਂਗ ਰੂਮ ਤੋਂ ਕਾਊਂਟਿੰਗ ਹਾਲ ਤੱਕ EVM ਮੂਵਮੈਂਟ ਹੋਏਗੀ, ਉਹ ਪੂਰੀ ਵੀਡੀਓਗ੍ਰਾਫੀ ਦੇ ਅੰਡਰ ਹੋਏਗੀ। ਜਿਹੜੀ ਅਪਾਇੰਟਮੈਂਟ ਆਫ ਕਾਊਂਟਿੰਗ ਏਜੰਟ ਹੈ ਉਹ ਵੀ ਹੋ ਚੁੱਕੇ ਨੇ। ਸੋ 14 ਜਿਹੜੇ ਹੈਗੇ ਟੇਬਲ ਹਰੇਕ ਕਨਸਟੀਟੂਐਂਸੀ ਦੇ ਵਿੱਚ ਅਰੇਂਜ ਕੀਤੇ ਨੇ, ਉਹ ਵੀ 2 ਹਾਲ ਦੇ ਵਿੱਚ। ਪਹਿਲਾਂ ਆਪਾਂ ਦੇਖਦੇ ਸੀ ਕਿ ਜਦੋਂ ਤੱਕ ਕੋਵਿਡ ਦਾ ਪ੍ਰਕੋਪ ਨਹੀਂ ਸੀਗਾ, ਹਰੇਕ ਹਾਲ ਦੇ ਵਿੱਚ 14 ਟੇਬਲ ਲਗਾਏ ਜਾਂਦੇ ਸੀਗੇ। ਇਸ ਵਾਰ 2-2 ਹਾਲ ਕ੍ਰੀਏਟ ਕੀਤੇ ਗਏ ਨੇ, ਜਾਂ ਜਿੱਥੇ ਇੱਕ ਹਾਲ ਹੈ ਉਹਦੇ ਵਿੱਚ ਪਾਰਟੀਸ਼ਨ ਕਰਕੇ। ਸੋ ਇਹ 14 ਹਾਲ ਦੇ ਵਿੱਚ 14 ਕਾਊਂਟਿੰਗ ਏਜੰਟ ਉੱਥੇ ਦੀ ਪ੍ਰੋਵੀਜ਼ਨ ਕੀਤੀ ਗਈ ਹੈ। ਤੇ ਇਸ ਤੋਂ ਇਲਾਵਾ ਜਿਹੜੇ ਹੈਗੇ 3 ਜਿਹੜੇ ਐਡੀਸ਼ਨਲ ਟੇਬਲ, ਜਾਂ ਹੋ ਸਕਦਾ ਕੋਈ RO 4 ਵੀ ਕਰੇ, ਉਹ ਹੈਗੇ ਪੋਸਟਲ ਬੈਲਟ ਤੇ ETB ਬੇਸ ਕਾਊਂਟਿੰਗ ਲਈ। ਸੋ ਉਹ ਜਿਹੜੇ ਹੈਗੇ ਉੱਥੇ ਵੀ ਇੱਕ ਕਾਊਂਟਿੰਗ ਏਜੰਟ ਦੀ ਐਡੀਸ਼ਨਲ ਪ੍ਰੋਵੀਜ਼ਨ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੀਡੀਆ ਲਈ ਖਾਸ ਪ੍ਰਬੰਧ ਕੀਤੇ ਗਏ ਨੇ, ਤਾਂ ਜੋ ਗਿਣਤੀ ਦੇ ਹਰ ਰਾਊਂਡ ਤੋਂ ਬਾਅਦ ਰੁਝਾਨ ਲੋਕਾਂ ਨੂੰ ਉਪਲਬਧ ਕਰਵਾਏ ਜਾ ਸਕਣ। ਮੀਡੀਆ ਲਈ ਅਸੀਂ ਸਪੈਸ਼ਲ ਅਰੇਂਜਮੈਂਟਸ ਕੀਤੇ ਨੇ। ਇੱਥੇ ਜਿਹੜਾ ਸਾਡਾ ਇਹ ਸਕੂਲ ਦੇਖ ਰਹੇ ਹੋ ਸਾਹਮਣੇ ਵਾਲਾ, ਇਹਦੇ ਵਿੱਚ ਅਸੀਂ ਇੱਕ ਹਾਲ ਬਣਾਇਆ ਤੇ ਬਾਹਰ ਟੈਂਟਡ ਅਕੋਮੋਡੇਸ਼ਨ ਵੀ ਅਰੇਂਜ ਕੀਤੀ ਗਈ ਹੈ, ਤਾਂ ਕਿ ਅਸੀਂ ਇੱਥੇ 100 ਦੇ ਆਸ-ਪਾਸ ਕੁਰਸੀਆਂ ਲਗਾਵਾਂਗੇ। ਤੇ ਉੱਥੇ ਹੀ ਅਸੀਂ ਸਾਡਾ LED ਪੈਨਲ ਵਗੈਰਾ ਸਾਰੇ ਚੈਨਲਸ ਦਾ ਵੀ ਦੇ ਦਿੱਤਾ ਹੈ। ਉੱਥੇ ਹੀ ਲੈਪਟਾਪ ਵਗੈਰਾ ਦਾ ਅਰੇਂਜਮੈਂਟ ਜਿਹੜੀ ECI ਦੀ ਵੈਬਸਾਈਟ ਦੇ ਵਿੱਚ ਬੜਾ ਲਾਈਵ ਕਾਊਂਟਿੰਗ ਟ੍ਰੈਂਡ ਹੋ ਜਾ, ਉਹ ਵੀ ਹੈ। ਤੇ ਅਸੀਂ ਸਾਰੇ AC ਵਾਈਜ਼ ਜਿਹੜਾ ਰਾਊਂਡ ਵਾਈਜ਼ ਜਦੋਂ ਅਬਜ਼ਰਵਰ ਤੇ ਰਿਟਰਨਿੰਗ ਆਫਿਸਰ ਸਾਈਨ ਕਰ ਦੇਣਗੇ, ਉਹਦੀ ਵੀ ਕਾਪੀ ਭਿਜਵਾਉਣ ਲਈ ਇੰਤਜ਼ਾਮ ਰੱਖਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਦੁਪਹਿਰ 12 ਤੋਂ 2 ਵਜੇ ਤੱਕ ਮਿਲਣ ਦੀ ਸੰਭਾਵਨਾ ਹੈ। ਤੋ ਜਿੰਨੇ ਤੱਕ ਸਾਡੀ ਉਮੀਦ ਹੈ ਵੀ ਅਰਬਨ ਕਨਸਟੀਟੂਐਂਸੀ ਦਾ ਸਾਨੂੰ, ਕਿਉਂਕਿ ਰਾਊਂਡ ਉਹਨਾਂ ਦੇ ਘੱਟ ਨੇ, ਬੂਥ ਘੱਟ ਨੇ, ਤੇ 12:30 ਤੱਕ ਸ਼ਾਇਦ ਉਹਨਾਂ ਦਾ EVM ਕਾਊਂਟਿੰਗ ਕੰਪਲੀਟ ਨੇੜੇ ਤੇੜੇ ਹੋ ਜਾਣੀ ਜੀ। ਐਂਡ ਜਿਹੜੇ ਰੂਰਲ ਕਨਸਟੀਟੂਐਂਸੀ ਜਿੱਥੇ 250 ਦੇ ਲੱਗੇ ਹੈ, ਉਹ 1:30-2 ਵਜੇ ਤੱਕ ਜਿਹੜਾ ਹੈਗਾ EVM ਕਾਊਂਟਿੰਗ ਮੁਕੰਮਲ ਹੋ ਜਾਣੀ ਹੈ। ਉਸ ਤੋਂ ਬਾਅਦ ਮੈਂਡੇਟਰੀ ਜਿਹੜੀ VVPAT ਸਲਿੱਪ ਹਰੇਕ ਕਨਸਟੀਟੂਐਂਸੀ ਦੇ ਵਿੱਚ ਰੈਂਡਮਲੀ ਸਿਲੈਕਟਡ 5 ਬੂਥ ਹੋਣਗੇ, ਜਿਨ੍ਹਾਂ ਦੀ ਉਹ VVPAT ਪਰਚੀਆਂ ਮਿਲਾਨ। ਉਹ ਮੈਂ ਸਮਝਦਾ 2-3 ਘੰਟੇ ਐਡੀਸ਼ਨਲ ਲੱਗਦੇ ਨੇ, ਬਟ ਉਦੋਂ ਤੱਕ ਬਾਈ ਐਂਡ ਲਾਰਜ ਰਿਜ਼ਲਟ ਕਲੀਅਰ ਹੋ ਜਾਂਦਾ ਹੈ। ਸੋ ਉਹ ਇੱਕ ਆਪਾਂ ਨੂੰ ਰਿਜ਼ਲਟ ਦਾ ਫਾਈਨਲਾਈਜੇਸ਼ਨ ਦਾ ਆਲਮੋਸਟ ਪਤਾ ਚੱਲ ਜਾਂਦਾ ਹੈ। ਆਖਰ 10 ਮਾਰਚ ਨੂੰ ਲੰਮੀਆਂ ਚੱਲੀਆਂ ਕਿਆਸ ਰਾਈਆਂ ਦਾ ਦੌਰ ਖਤਮ ਹੋਵੇਗਾ ਅਤੇ ਪੰਜਾਬ ਵਿੱਚ ਬਣਨ ਵਾਲੀ ਨਵੀਂ ਸਰਕਾਰ ਬਾਰੇ ਸਥਿਤੀ ਸਪਸ਼ਟ ਹੋਵੇਗੀ। ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਊਸ਼ਾ ਪਵਾਰ, ਦੂਰਦਰਸ਼ਨ ਸਮਾਚਾਰ, ਜਲੰਧਰ। ਆਪਰੇਸ਼ਨ ਗੰਗਾ ਤਹਿਤ 22 ਫਰਵਰੀ ਤੋਂ ਵਿਸ਼ੇਸ਼ ਉਡਾਨਾਂ ਸ਼ੁਰੂ ਹੋਣ ਮਗਰੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ ਤਕਰੀਬਨ 18,000 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ। 75 ਵਿਸ਼ੇਸ਼ ਉਡਾਨਾਂ ਵਿੱਚ 15,500 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਦਕਿ ਭਾਰਤੀ ਹਵਾਈ ਫੌਜ ਨੇ ਆਪਰੇਸ਼ਨ ਗੰਗਾ ਦੇ ਹਿੱਸੇ ਵਜੋਂ 2,467 ਮੁਸਾਫਰਾਂ ਨੂੰ ਵਾਪਸ ਲਿਆਉਣ ਲਈ 12 ਉਡਾਨਾਂ ਭੇਜੀਆਂ। ਰੋਮਾਨੀਆ ਤੇ ਸੁਸੇਵਾ ਤੋਂ 2 ਵਿਸ਼ੇਸ਼ ਉਡਾਨਾਂ ਵਿੱਚ ਅੱਜ ਕੁੱਲ 410 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਪਰੇਸ਼ਨ ਗੰਗਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਯੂਕਰੇਨ ਤੋਂ ਵਾਪਸ ਆਏ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਅੱਜ ਹਮੀਰਪੁਰ ਵਿੱਚ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਰੇਸ਼ਨ ਗੰਗਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। मैं पहले तो यूक्रेन से
युद्ध के वातावरण से, युद्ध की भूमि से सुकुशल भारत वापस लौटने पर बधाई देता हूं। आदरणीय प्रधानमंत्री नरेंद्र मोदी जी का आभार प्रकट करता हूं, जिन्होंने संकट और युद्ध की घड़ी में भी हर एक वो सुविधा विदेश से वापस बच्चों को लाने में दी। माननीय प्रधानमंत्री जी ने यूक्रेन के और रशिया के दोनों ही राष्ट्रपतियों से बातचीत की। आप देखिए, जहां पर बम धमाके, मिसाइल्स, गोली बारूद चल रही हो, उसके बीच में से दूसरे देश में से बच्चों को निकालने का काम मां गंगा का आशीर्वाद लेकर ऑपरेशन गंगा करने वाले नरेंद्र मोदी जी ने ही किया है। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਯੂਕਰੇਨ ਵਿੱਚ ਤਾਜ਼ਾ ਹਾਲਾਤ ਨੂੰ ਵੇਖਦਿਆਂ ਯਕੀਨੀ ਕੀਤਾ ਜਾਵੇਗਾ ਕਿ ਦੇਸ਼ ਵਿੱਚ ਕੱਚੇ ਤੇਲ ਦੀ ਘਾਟ ਨਾ ਹੋਵੇ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਆਪਣੀ ਕੁੱਲ ਤੇਲ ਜ਼ਰੂਰਤਾਂ ਦਾ 85% ਜਦਕਿ ਗੈਸ ਦਾ 55% ਬਾਹਰੋਂ ਮੰਗਵਾਉਂਦਾ ਹੈ, ਪਰ ਕੇਂਦਰ ਇਹ ਯਕੀਨੀ ਬਣਾਏਗਾ ਕਿ ਦੇਸ਼ ਵਿੱਚ ਇਹਨਾਂ ਦੀ ਕੋਈ ਘਾਟ ਨਾ ਹੋਵੇ। ਹਰਦੀਪ ਪੁਰੀ ਨੇ ਸਪਸ਼ਟ ਕੀਤਾ ਕਿ ਤੇਲ ਦੀ ਕੀਮਤ ਕੌਮਾਂਤਰੀ ਹਾਲਾਤ ਨਾਲ ਪ੍ਰਭਾਵਿਤ ਹੁੰਦੀ ਹੈ ਤੇ ਤੇਲ ਕੰਪਨੀਆਂ ਪੈਟਰੋਲੀਅਮ ਵਸਤਾਂ ਦੇ ਭਾਅ ਉਸੇ ਮੁਤਾਬਿਕ ਤੈਅ ਕਰਨਗੀਆਂ। ਉਨ੍ਹਾਂ ਇਹਨਾਂ ਦੋਸ਼ਾਂ ਦਾ ਵੀ ਖੰਡਨ ਕੀਤਾ ਕਿ ਅਸੈਂਬਲੀ ਚੋਣਾਂ ਨੂੰ ਦੇਖਦਿਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਤੈਅ ਕਰਨਾ ਕੰਪਨੀਆਂ ਦਾ ਕੰਮ ਹੈ। ਭਾਰਤ ਲਈ ਅਤੇ ਭਾਰਤ ਤੋਂ ਕੌਮਾਂਤਰੀ ਉਡਾਣਾਂ 27 ਮਾਰਚ ਤੋਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਕੋਵਿਡ ਮਹਾਮਾਰੀ ਦੇ ਚਲਦਿਆਂ ਮਾਰਚ 2020 ਤੋਂ ਰੈਗੂਲਰ ਕੌਮਾਂਤਰੀ ਉਡਾਣਾਂ ਤੇ ਰੋਕ ਲਗਾ ਦਿੱਤੀ ਗਈ ਸੀ। ਮੰਤਰਾਲਾ ਨੇ ਕਿਹਾ ਕਿ ਦੁਨੀਆ ਵਿੱਚ ਵੱਧਦੇ ਟੀਕਾਕਰਨ ਮਗਰੋਂ ਵੱਖ-ਵੱਖ ਹਿੱਤ ਧਾਰਕਾਂ ਨਾਲ ਗੱਲਬਾਤ ਤੋਂ ਬਾਅਦ ਸਰਕਾਰ ਨੇ 27 ਮਾਰਚ ਤੋਂ ਕੌਮਾਂਤਰੀ ਕਮਰਸ਼ੀਅਲ ਮੁਸਾਫਿਰ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਮੰਤਰਾਲਾ ਨੇ ਕਿਹਾ ਕਿ ਸਫ਼ਰ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਮੋਹਾਲੀ ਦੀ ਇੱਕ ਅਦਾਲਤ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 22 ਮਾਰਚ ਤੱਕ ਅੱਗੇ ਵਧਾ ਦਿੱਤਾ ਹੈ। ਅੱਜ ਰਿਮਾਂਡ ਖਤਮ ਹੋਣ ਤੇ ਉਹ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਹੋਏ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ, ਜਿਸ ਨਾਲ ਅਦਾਲਤ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋਈ। ਮਗਰੋਂ ਮਜੀਠੀਆ ਦੇ ਵਕੀਲ DS ਸੋਪਤੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਬਦਲਾਖੋਰੀ ਤਹਿਤ ਫਸਾਇਆ ਹੈ। आजादी का अमृत महोत्सव तहत भारत तिब्बत सीमा पुलिस बल की 51वीं बटालियन ने पटियाला के चौरा विखे पुलिस यादगार से ITBP के बैंड की शानदार पेशकारी की थी। इस मौके जिला पुलिस के DSP बूटा सिंह गिल समेत होर अधिकारी हाजिर सन। अपने संबोधन में बूटा सिंह गिल ने ITBP के बैंड प्रदर्शन की शलाघा की थी। ITBP के डिप्टी फाइटर सतविंदर सिंह ने कहा कि इस थान ते बैंड डिस्पले का मकसद देशभक्ति की भावना और उत्साह पैदा करना रहा। सेहत महकमे वालों फाजिलका जिले में मिशन इंद्रधनुष तहत टीकाकरण मुहिम की शुरुआत की गई है। सीनियर मैडिकल अफसर डॉक्टर रूपाली महाजन ने दस्सिया कि 3 महीने तक ये मुहिम चलाई जाएगी और आशा वर्कर सर्वे करनगे। उन्होंने कहा कि CSC डबवाला कला अधीन पैंदे पिंडां विच अज हैल्थ वर्करां ने ढाणियां, इट्टां दे पट्ठियां अते झुग्गियां विच जाके उचेचे तौर ते बच्चों का टीकाकरण किया। उन्होंने कहा कि आशा वर्कर घरों घरी जाके भी टीकाकरण करनगे। ਭਾਰਤ ਸਰਕਾਰ ਦੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤਹਿਤ ਫੀਲਡ ਆਊਟਰੀਚ ਬਿਊਰੋ ਜਲੰਧਰ ਵੱਲੋਂ ਸਿਹਤ ਮਹਿਕਮੇ ਦੇ ਸਹਿਯੋਗ ਨਾਲ ਸੰਗਰੂਰ ਦੇ ਸ਼ੇਰਪੁਰ ਬਲਾਕ ਦੇ 2 ਸਕੂਲਾਂ ਵਿੱਚ ਕੋਵਿਡ-19 ਰੋਕੂ ਟੀਕਾਕਰਨ ਕੈਂਪਾਂ ਦਾ ਆਯੋਜਨ ਕੀਤਾ ਗਿਆ। ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 15 ਤੋਂ 17 ਅਤੇ 18 ਤੋਂ 20 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਧੂਰੀ ਦੀ ਤਹਿਸੀਲਦਾਰ ਗੁਰਵਿੰਦਰ ਕੌਰ ਨੇ ਬੱਚਿਆਂ ਨੂੰ ਟੀਕਾਕਰਨ ਸਮੇਤ ਕੋਵਿਡ ਦੇ ਹੋਰ ਬਚਾਅ ਅਪਣਾਉਣ ਦੀ ਸਲਾਹ ਦਿੱਤੀ। ਇਸ ਮੌਕੇ ਇੱਕ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। पंजाब असैंबली चोणां लई 20 फरवरी ਨੂੰ ਹੋਈ ਪੋਲਿੰਗ ਦੀ ਗਿਣਤੀ 10 ਮਾਰਚ ਨੂੰ ਕੀਤੀ ਜਾਵੇਗੀ। ਇਸ ਲਈ ਸਾਰੇ 117 ਅਸੈਂਬਲੀ ਹਲਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਗਿਣਤੀ ਆਉਣ ਵਾਲੇ ਰੁਝਾਨਾਂ, ਨਤੀਜਿਆਂ, ਚੁਣਾਵੀ ਉਲਟਫੇਰ ਅਤੇ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਸਮੇਤ ਨਤੀਜਿਆਂ ਨਾਲ ਜੁੜੇ ਹੋਰ ਕਈ ਪੱਖਦੇ ਮੁੱਦਿਆਂ ਤੇ ਡੀਡੀ ਪੰਜਾਬੀ ਵੱਲੋਂ ਆਪਣੇ ਸਟੂਡੀਓ ਵਿੱਚ ਜਨਾਦੇਸ਼ ਪੰਜਾਬ 2022 ਤਹਿਤ ਚਰਚਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਚਰਚਾ ਦਾ ਸਿੱਧਾ ਪ੍ਰਸਾਰਣ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਦਿਨ ਭਰ ਤੱਕ ਚੱਲਦਾ ਰਹੇਗਾ। ਇਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡੀਡੀ ਪੰਜਾਬੀ ਦੇ ਦਰਸ਼ਕਾਂ ਨਾਲ ਰੂਬਰੂ ਹੋਣਗੇ। ਜਨਾਦੇਸ਼ 2022 10 ਮਾਰਚ ਦਿਨ ਵੀਰਵਾਰ ਸਵੇਰੇ 7 ਵਜੇ ਤੋਂ ਲਗਾਤਾਰ ਸਿੱਧਾ ਪ੍ਰਸਾਰਣ ਡੀਡੀ ਪੰਜਾਬੀ ਤੇ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ।
ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਤੁਸੀਂ ਵੀ ਬਾਹਰ ਜਾਣ ਵੇਲੇ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।